हेलो स्टूडेंट्स, मैं प्रियंका चावला ਲੈਕਚਰਰ ਕਮਰਸ। ਅੱਜ ਆਪਾਂ 12th ਅਕਾਊਂਟੈਂਸੀ ਦੇ ਪਾਰਟਨਰਸ਼ਿਪ ਦਾ ਚੈਪਟਰ ਐਡਮਿਸ਼ਨ ਆਫ ਪਾਰਟਨਰਸ਼ਿਪ ਕਰਾਂਗੇ। ਐਡਮਿਸ਼ਨ ਆਫ ਪਾਰਟਨਰਸ਼ਿਪ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਾਰਟਨਰਸ਼ਿਪ ਕੀ ਹੁੰਦੀ ਹੈ। ਪਾਰਟਨਰਸ਼ਿਪ ਹੁੰਦੀ ਹੈ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਪਰਸਨਸ ਮਿਲ ਕੇ ਕੋਈ ਲਾਫੁਲ ਬਿਜ਼ਨਸ ਕਿਸੇ ਕਾਮਨ ਪਰਪਸ ਦੇ ਲਈ ਕਰ ਰਹੇ ਹੁੰਦੇ ਹੈ, ਦੈਟ ਇਜ਼ ਕਾਲਡ ਪਾਰਟਨਰਸ਼ਿਪ। ਹੁਣ ਐਡਮਿਸ਼ਨ ਆਫ ਪਾਰਟਨਰਸ਼ਿਪ ਕੀ ਹੁੰਦਾ ਹੈ? ਜਦੋਂ ਇੱਕ ਰਨਿੰਗ ਪਾਰਟਨਰਸ਼ਿਪ ਬਿਜ਼ਨਸ ਦੇ ਵਿੱਚ ਕਿਸੇ ਨਵੇਂ ਪਰਸਨ ਦੀ ਐਂਟਰੀ ਹੁੰਦੀ ਹੈ, ਦੈਟ ਇਜ਼ ਕਾਲਡ ਐਡਮਿਸ਼ਨ ਆਫ ਪਾਰਟਨਰ, ਐਂਡ ਦ ਨਿਊ ਪਰਸਨ ਹੂ ਐਂਟਰ ਇਨ ਦ ਬਿਜ਼ਨਸ ਇਜ਼ ਕਾਲਡ ਨਿਊ ਪਾਰਟਨਰ। ਜਿਹੜਾ ਨਵਾਂ ਬੰਦਾ ਐਂਟਰ ਹੁੰਦਾ ਹੈ ਪਾਰਟਨਰਸ਼ਿਪ ਦੇ ਬਿਜ਼ਨਸ ਦੇ ਵਿੱਚ, ਉਹਨੂੰ ਆਪਾਂ ਨਿਊ ਪਾਰਟਨਰ ਕਹਾਂਗੇ। ਨਿਊ ਪਾਰਟਨਰ ਦੇ ਐਡਮਿਟ ਕਰਨ ਦੇ ਰੀਜ਼ਨਸ ਕੀ ਹੋ ਸਕਦੇ ਹੈ? ਨਿਊ ਪਾਰਟਨਰ ਦੇ ਐਡਮਿਟ ਕਰਨ ਦੇ ਰੀਜ਼ਨ ਹੋ ਸਕਦੇ ਹੈ ਕਿ ਕਈ ਵਾਰੀ ਬਿਜ਼ਨਸ ਨੂੰ ਆਪਾਂ ਐਕਸਪੈਂਡ ਕਰਨਾ ਚਾਹੁੰਦੇ ਹਾਂ ਔਰ ਆਪਾਂ ਨੂੰ ਜ਼ਿਆਦਾ ਕੈਪੀਟਲ ਦੀ ਲੋੜ ਹੈ, ਇਸ ਕਰਕੇ ਆਪਾਂ ਇੱਕ ਨਵਾਂ ਪਰਸਨ ਐਂਟਰ ਕਰ ਲੈਂਦੇ ਹਾਂ ਤਾਂ ਜੋ ਉਹ ਹੋਰ ਜ਼ਿਆਦਾ ਕੈਪੀਟਲ ਲੈ ਕੇ ਆਵੇ ਔਰ ਪਾਰਟਨਰਸ਼ਿਪ ਨੂੰ ਐਕਸਪੈਂਡ ਕੀਤਾ ਜਾ ਸਕੇ। ਔਰ ਸਮ ਟਾਈਮ ਓਲਡ ਪਾਰਟਨਰ ਕੋਈ ਰਿਟਾਇਰ ਹੋ ਜਾਂਦਾ ਹੈ, ਉਹਦੀ ਜਗ੍ਹਾ 'ਤੇ ਵੀ ਆਪਾਂ ਨੂੰ ਨਵਾਂ ਪਰਸਨ ਕੰਮ ਕਰਨ ਦੇ ਲਈ ਚਾਹੀਦਾ ਹੁੰਦਾ ਹੈ, ਤਾਂ ਵੀ ਆਪਾਂ ਇੱਕ ਨਵੇਂ ਪਾਰਟਨਰ ਦੀ ਐਡਮਿਸ਼ਨ ਕਰ ਦਿੰਦੇ ਹਾਂ ਇੱਕ ਪਾਰਟਨਰਸ਼ਿਪ ਦੇ ਵਿੱਚ, ਠੀਕ ਹੈ। ਔਰ ਜਾਂ ਫਿਰ ਕਈ ਵਾਰ ਐਵੇਂ ਹੋ ਸਕਦਾ ਹੈ ਕਿ ਕਿਸੇ ਪਾਰਟਨਰਸ਼ਿਪ ਦੇ ਵਿੱਚ ਕਿਸੇ ਟੈਕਨੀਕਲ ਪਰਸਨ ਦੀ ਜਾਂ ਕਿਸੇ ਖਾਸ ਐਬਿਲਿਟੀ ਵਾਲੇ ਪਰਸਨ ਦੀ ਨੀਡ ਹੋਵੇ ਤਾਂ ਉਹਨੂੰ ਵੀ ਐਜ਼ ਆ ਪਾਰਟਨਰ ਬਿਜ਼ਨਸ ਦੇ ਵਿੱਚ ਐਡਮਿਟ ਕਰ ਲਿਆ ਜਾਂਦਾ ਹੈ। ਓਕੇ, ਥੀਜ਼ ਆਰ ਦ ਰੀਜ਼ਨਸ ਆਫ ਐਡਮਿਸ਼ਨ ਆਫ ਪਾਰਟਨਰਸ। ਹੁਣ ਜਦੋਂ ਐਡਮਿਸ਼ਨ ਆਫ ਪਾਰਟਨਰ ਹੋਏਗਾ ਤਾਂ ਆਪਾਂ ਨੂੰ ਬੁੱਕਸ ਦੇ ਵਿੱਚ ਕਿਸ ਕਿਸ ਚੀਜ਼ ਦੀ ਐਡਜਸਟਮੈਂਟ ਕਰਨੀ ਪਏਗੀ? ਸਭ ਤੋਂ ਪਹਿਲਾਂ ਆਪਾਂ ਨੂੰ ਬਿਜ਼ਨਸ ਦੇ ਵਿੱਚ ਨਵੇਂ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ ਜਾਂ ਅਤੇ ਸੈਕਰੀਫਾਈਸ ਰੇਸ਼ੀਓ ਦੀ ਕੈਲਕੂਲੇਸ਼ਨ ਕਰਨੀ ਪਏਗੀ। ਉਸ ਤੋਂ ਬਾਅਦ ਜਿਹੜਾ ਵੀ ਨਿਊ ਪਰਸਨ ਬਿਜ਼ਨਸ ਦੇ ਵਿੱਚ ਐਂਟਰ ਕਰੇਗਾ ਉਹ ਆਪਣੇ ਨਾਲ ਕੁਝ ਹਿੱਸਾ ਕੈਪੀਟਲ ਐਂਡ ਗੁੱਡਵਿਲ ਦੀ ਲੈ ਕੇ ਆਏਗਾ, ਉਹਦਾ ਟਰੀਟਮੈਂਟ ਆਪਾਂ ਨੂੰ ਕਰਨਾ ਪਵੇਗਾ। ਜਦੋਂ ਨਵਾਂ ਪਰਸਨ ਐਂਟਰ ਹੋਏਗਾ ਤਾਂ ਬਿਜ਼ਨਸ ਦੀਆਂ ਜਿੰਨੀਆਂ ਵੀ ਪੁਰਾਣੀਆਂ ਸੰਪਤੀਆਂ ਨੇ ਜਾਂ ਦੇਣਦਾਰੀਆਂ ਨੇ, ਐਸੈਟਸ ਐਂਡ ਲਾਇਬਿਲਟੀਜ਼ ਨੇ, ਉਹਨਾਂ ਦੀ ਰੀਵੈਲੂਏਸ਼ਨ ਕਰਨੀ ਪਏਗੀ। ਐਂਡ ਉਸ ਤੋਂ ਇਲਾਵਾ ਆਪਾਂ ਨੂੰ ਬਿਜ਼ਨਸ ਦੇ ਵਿੱਚ ਜਿੰਨੇ ਵੀ ਐਕਿਊਮੂਲੇਟਿਡ ਪ੍ਰੋਫਿਟਸ ਪਏ ਨੇ, ਪਹਿਲਾਂ ਤੋਂ ਅਰਨ ਕੀਤੇ ਹੋਏ, ਕੋਈ ਰਿਜ਼ਰਵ ਪਏ ਨੇ, ਕੋਈ ਕਿਸੇ ਤਰ੍ਹਾਂ ਦੀ ਗੁੱਡਵਿਲ ਪਈ ਹੈ ਜਾਂ ਫੰਡਸ ਪਏ ਨੇ, ਇਹਨਾਂ ਸਾਰਿਆਂ ਦਾ ਟਰੀਟਮੈਂਟ ਕਰਨਾ ਪਏਗਾ ਨਵੇਂ ਪਰਸਨ ਦੇ ਐਂਟਰੀ 'ਤੇ। ਔਰ ਆਪਾਂ ਨੂੰ ਪਾਰਟਨਰਸ ਦੀ ਗੁੱਡਵਿਲ ਦੀ ਵੀ ਕੈਪੀਟਲ ਦੀ ਵੀ ਐਡਜਸਟਮੈਂਟ ਕਰਨੀ ਪਏਗੀ ਅਕੋਰਡਿੰਗ ਟੂ ਨਿਊ ਪਾਰਟਨਰ ਰੇਸ਼ੋ ਜਾਂ ਅਕੋਰਡਿੰਗ ਟੂ ਨਿਊ ਰੇਸ਼ੋ ਦੇ ਹਿਸਾਬ ਨਾਲ ਆਪਾਂ ਨੂੰ ਕੈਪੀਟਲ ਦੀ ਵੀ ਐਡਜਸਟਮੈਂਟ ਕਰਨੀ ਪਏਗੀ। ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਸਭ ਤੋਂ ਪਹਿਲਾਂ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੁੰਦੀ ਕੀ ਹੈ? ਪ੍ਰੋਫਿਟ ਸ਼ੇਅਰਿੰਗ ਰੇਸ਼ੋ ਜਿਸ ਰੇਸ਼ੋ ਦੇ ਵਿੱਚ ਪਾਰਟਨਰਸ ਆਪਣੇ ਪ੍ਰੋਫਿਟ ਜਾਂ ਲਾਸ ਨੂੰ ਡਿਸਟਰੀਬਿਊਟ ਕਰਦੇ ਨੇ, ਉਹਨੂੰ ਆਪਾਂ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਵਾਂਗੇ। ਨਿਊ ਪ੍ਰੋਫਿਟ ਸ਼ੇਅਰਿੰਗ ਕੀ ਹੁੰਦੀ ਹੈ? ਜਿਹੜਾ ਨਵਾਂ ਪਰਸਨ ਐਂਟਰ ਕੀਤਾ ਹੈ ਉਹਦੇ ਐਂਟਰੀ ਤੋਂ ਬਾਅਦ ਜਿਸ ਰੇਸ਼ੋ ਦੇ ਵਿੱਚ ਪਾਰਟਨਰ ਆਪਣੀ ਪ੍ਰੋਫਿਟ ਜਾਂ ਲਾਸਿਸ ਨੂੰ ਡਿਸਟਰੀਬਿਊਟ ਕਰਨਗੇ, ਦੈਟ ਵਿਲ ਬੀ ਕਾਲਡ ਦਾ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਐਂਡ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕਿਵੇਂ ਨਿਕਲੇਗੀ? ਜਿਹੜਾ ਪਹਿਲਾਂ ਉਹਨਾਂ ਕੋਲ ਹਿੱਸਾ ਸੀਗਾ ਪ੍ਰੋਫਿਟ ਡਿਸਟਰੀਬਿਊਟ ਕਰ ਰਹੇ ਸੀ ਜਿਸ ਰੇਸ਼ੋ ਦੇ ਵਿੱਚ, ਦੈਟ ਇਜ਼ ਦਾ ਓਲਡ ਰੇਸ਼ੋ। ਓਲਡ ਰੇਸ਼ੋ ਦੇ ਵਿੱਚੋਂ ਜਿੰਨਾ ਹਿੱਸਾ ਉਹ ਨਵੇਂ ਪਰਸਨ ਨੂੰ ਦੇ ਰਹੇ ਨੇ, ਉਹ ਅਗਰ ਆਪਾਂ ਮਾਈਨਸ ਕਰ ਦਈਏ, ਯਾਨੀ ਕਿ ਸੈਕਰੀਫਾਈਸਿੰਗ ਰੇਸ਼ੋ ਨੂੰ ਮਾਈਨਸ ਕਰ ਦਈਏ, ਤਾਂ ਆਪਣੀ ਨਿਊ ਰੇਸ਼ੋ ਨਿਕਲ ਆਏਗੀ। ਸੈਕਰੀਫਾਈਸਿੰਗ ਰੇਸ਼ੋ ਕੀ ਹੋਈ? ਜਿਹੜਾ ਨਿਊ ਪਰਸਨ ਦੇ ਐਂਟਰ ਕਰਨ 'ਤੇ ਆਉਣ 'ਤੇ ਨਵੇਂ ਪਰਸਨ ਨੂੰ ਪੁਰਾਣੇ ਪਰਸਨ ਆਪਣਾ ਜਿਹੜਾ ਵੀ ਹਿੱਸਾ ਨਵੇਂ ਪਰਸਨ ਨੂੰ ਦੇ ਰਹੇ ਨੇ, ਉਹ ਹਿੱਸੇ ਨੂੰ ਆਪਾਂ ਕਵਾਂਗੇ ਸੈਕਰੀਫਾਈਸਿੰਗ ਰੇਸ਼ੋ। ਹੁਣ ਸੈਕਰੀਫਾਈਸਿੰਗ ਰੇਸ਼ੋ ਵੀ ਆਪਾਂ ਨਿਕਾਲ ਸਕਦੇ ਹਾਂ। ਕਿਵੇਂ ਨਿਕਾਲੀ ਜਾ ਸਕਦੀ ਹੈ? ਦੇਖੋ, ਸੈਕਰੀਫਾਈਸਿੰਗ ਕਦੋਂ ਹੋਏਗਾ ਇੱਕ ਪਰਸਨ ਨੂੰ? ਜਦੋਂ ਉਹਦਾ ਪੁਰਾਣਾ ਹਿੱਸਾ ਜ਼ਿਆਦਾ ਸੀਗਾ ਅਤੇ ਨਵਾਂ ਹਿੱਸਾ ਘੱਟ ਹੈ, ਉਸ ਸਿਚੁਏਸ਼ਨ ਦੇ ਵਿੱਚ ਹੀ ਸੈਕਰੀਫਾਈਸ ਕਰੇਗਾ। ਇਹਦਾ ਮਤਲਬ ਓਲਡ ਰੇਸ਼ੋ ਦੇ ਵਿੱਚੋਂ ਅਗਰ ਆਪਾਂ ਨਿਊ ਰੇਸ਼ੋ ਮਾਈਨਸ ਕਰ ਦਈਏ ਤਾਂ ਆਪਣੀ ਸੈਕਰੀਫਾਈਸਿੰਗ ਰੇਸ਼ੋ ਯਾਨੀ ਕਿ ਤਿਆਗ ਅਨੁਪਾਤ ਨਿਕਲ ਆਏਗਾ। ਹੁਣ ਇੱਕ ਕੁਐਸਚਨ ਹੈ ਇੱਥੇ ਆਪਣੇ ਕੋਲ ਨਿਊ ਰੇਸ਼ੋ ਨੂੰ ਕੈਲਕੂਲੇਟ ਕਰਨ ਦਾ। A ਅਤੇ B ਦੋ ਪਾਰਟਨਰਸ ਨੇ, ਪ੍ਰੋਫਿਟ ਨੂੰ ਐਂਡ ਲਾਸਿਸ ਸ਼ੇਅਰ ਕਰ ਰਹੇ ਆ ਇਨ ਦੀ ਰੇਸ਼ੋ ਆਫ 5:3। C ਇਜ਼ ਐਡਮਿਟਡ ਫੋਰ 1/5 ਸ਼ੇਅਰ ਇਨ ਦ ਪ੍ਰੋਫਿਟ। ਕੈਲਕੂਲੇਟ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ। A ਅਤੇ B ਦੋ ਪਰਸਨ ਨੇ ਜਿਹੜੇ 5:3 ਦੇ ਵਿੱਚ ਡਿਸਟਰੀਬਿਊਟ ਕਰ ਰਹੇ ਨੇ ਆਪਣੇ ਪ੍ਰੋਫਿਟ ਨੂੰ। ਇਟ ਮੀਨ ਕਿ ਇੱਥੇ ਬਿਜ਼ਨਸ ਦੇ 8 ਹਿੱਸੇ ਹੋ ਰਹੇ ਨੇ, ਜਿਹਦੇ ਵਿੱਚੋਂ 5 ਹਿੱਸੇ A ਲੈ ਰਿਹਾ ਹੈ ਅਤੇ 3 ਹਿੱਸੇ
बी लै रहा है, ठीक है। सी एक नवा परसन इत्थे एडमिट होया है जिहड़ा पूरे बिजनेस के प्रॉफिट का 1/5 पार्ट लै रहा है। उत्थे ध्यान देना, इत्थे लिखिया है शेयर इन द प्रॉफिट 1/5 पार्ट शेयर, इहदा मतलब सारे बिजनेस दे विचों 5वां हिस्सा तो सी लैके रह गया, बाकी कितना रह गया। इहदा मतलब बिजनेस के 5 हिस्से होए जिहदे चों 5वां हिस्सा सी लै गया, मगर 4 रह गए। लेट द टोटल शेयर इज़ 1, सी शेयर इज़ 1/5, रिमेनिंग शेयर एक आपां मन्निया सी पूरा शेयर एक है, एक दे विचों 1/5 माइनस करता यानी कि 4/5 शेयर अपना रिमेनिंग दे लई रह गया। हुण रिमेनिंग दी रेशो की सीगी 5:3, 5:3 नूं 4/5 नूं 5/8 एंड 3/8 नाल मल्टीप्लाई करके आपां ए एंड बी दी न्यू रेशो कैलकुलेट करांगे जिहड़ी कि अपनी 5:3:2 आ जाएगी। ओके, ये मल्टीप्लाई कर आई है। एक होर क्वेश्चन देख लैने आपां। X and Y are two partners sharing profit and losses in the ratio of 3:2. Z is admitted as a new partner. X surrender 1/3 of his share and Y surrender 1/4 of his share in the favor of Z. Calculate the new profit sharing ratio. ध्यान नाल देखियो, X surrender 1/3 of his share and Y surrender 1/4 ऑफ हिज शेयर। ऑफ का मतलब होंगे दा, इत्थे दो चीज़ां आउणगियां अपने, एक फ्रॉम वाले क्वेश्चन भी आउणगे अपने, एक ऑफ वाले भी आउणगे। जदों लिखिया है कि एक्स अपने हिस्से का यानी ऑफ लिखा है 1/3 तो वो हिस्से का कढ़ांगे मल्टीप्लाई करके निकालांगे 1/3 पार्ट, और जदों लिखा है फ्रॉम हिज शेयर 1/3 पार्ट, फ्रॉम का मतलब डायरैक्टली आपां माइनस कर देंगे। इसका मतलब कि आपां नूं सैक्रीफाइजिंग रेशो डायरैक्टली दिती हुई है तो आपां ओल्ड विचों सैक्रीफाइज माइनस करके न्यू रेशो सीधा कढ़ लवांगे। जदों ऑफ गिवन है इसका मतलब वो हिस्से का है तो वो हिस्से का आपां निकालांगे। एक्स का शेयर कितना है 3:5 है, 3/5 है सॉरी, 3:2 हो गया। इसका मतलब 3/5 हिस्सा एक्स का है, मल्टीप्लाई कर लाँगे 1/3 दे नाल, ये आ जाएगा अपने कोल 3/15 यानी कि 1/5 हिस्सा सैक्रीफाइस किया एक्स ने। दैन वाई है, वाई का हिस्सा कितना है 2/5, 2/5 नूं 1/4 नाल मल्टीप्लाई कर देंगे, ये आ जाएगा अपने कोल 2/20 यानी कि 1/10 शेयर। हुण अपने कोल सैक्रीफाइस रेशो आ चुकी है। ओल्ड रेशो आपां नूं ऑलरेडी गिवन है 3:2, आपां न्यू रेशो कढ़ सकते हाँ। न्यू रेशो का फॉर्मूला ओल्ड माइनस सैक्रीफाइस, एक्स दी आ जाएगी 3/5 माइनस 1/5 इज इक्वल टू 2/5, वाई का आ जाएगा 2/5 माइनस 1/10, 3:10। Z का हिस्सा आपां नूं 1/5 एक्स दे रहा, जिहड़ा सैक्रीफाइस है दोनों का उन्होंने टोटल कर लाँगे 1/5 एंड 1/10 नूं, ये आ जाएगा अपना 3:10। टोटल रेशो आ जाएगी अपनी न्यू जी 4:3:3। उस तो बाद है एडमिशन ऑफ पार्टनर तो बाद प्रॉफिट शेयरिंग रेशियो तो बाद जिहड़ा न्यू पार्टनर है वो गुडविल भी कुछ लैके आएगा। गुडविल क्यों लैके आएगा, देखो जिहड़े ओल्ड पार्टनर्स ने जिहड़े ऑलरेडी बिजनेस दे विच काम कर रहे ने वो नवे परसन नूं एवें एंटर नहीं करन देंगे, क्योंकि उन्होंने कई साल तो बिजनेस चलाया है, उहदी एक रैपूटेशन बना ली है, उहदी मार्केट दे विच एक गुडविल है, तो उहदी ऑलरेडी जिहड़ी उन्हों दी अर्निंग है उस गुडविल दी बदले विच इस नवे पार्टनर तो भी कुछ हिस्सा गुडविल दी फॉर्म विच कैश दा या पैसों का लैणगे। ठीक है, तो जदों भी गुडविल नवा पार्टनर लैके आएगा बिजनेस दे विच उहदी एंट्री हो जाएगी कैश अकाउंट डैबिट टू प्रीमियम। ये किसी काइंड की फॉर्म में किसी होर एसेट के रूप में भी आ सकता है, जिवें कोई बिल्डिंग लै आया तो बिल्डिंग अकाउंट डैबिट टू प्रीमियम हो गया, किसी भी फॉर्म में लिया सकता है कैश अकाउंट डैबिट टू प्रीमियम। अगर कैश की फॉर्म में लैके आया तो इस प्रीमियम नूं जिहड़े ओल्ड पार्टनर ने वो अपनी सैक्रीफाइस रेशो दे विच डिस्ट्रीब्यूट कर लैणगे नवे पार्टनर की लियाई हुई गुडविल नूं। ध्यान रखना है सिर्फ एक ही चीज़ एडमिशन ऑफ पार्टनर दे विच सैक्रीफाइस रेशो दे विच डिस्ट्रीब्यूट की जाएगी, जिहड़ी कि है अपनी नवे पार्टनर की लियाई हुई गुडविल नूं। रैसट ऑल थिंग्स चाहे वो तुहाडा पहलां दा दित्ती हुई गुडविल होवे, चाहे होर एक्यूमुलेटेड प्रॉफिट या लॉसिस होण, कोई भी रिजर्व होवे फंड्स होवे या रीवैल्यूएशन दा प्रॉफिट या लॉस है, ये सारे दे सारे ओल्ड पार्टनर ओल्ड रेशियो दे विच डिस्ट्रीब्यूट करनगे। ओनली जिहड़ी गुडविल लैके आया है नवा पार्टनर उन्हों ही सैक्रीफाइजिंग रेशियो दे विच ओल्ड पार्टनर डिस्ट्रीब्यूट करनगे। ठीक है, अगर इस गुडविल नूं जिहड़े पार्टनर है विदड्रॉ करा लैंदे बिजनेस दे विचों तो एंट्री ही हो जाएगी
ਜਿਹੜਾ ਹਿੱਸਾ ਓਲਡ ਪਾਰਟਨਰ ਨੂੰ ਆਪਾਂ ਕ੍ਰੈਡਿਟ ਕੀਤਾ ਪਹਿਲੇ ਉਹੀ ਡੈਬਿਟ ਕਰ ਲਾਂਗੇ ਟੂ ਕੈਸ਼। ਆਪਣੇ ਬਿਜ਼ਨਸ ਦੇ ਵਿੱਚੋਂ ਉਹ ਚਲੀ ਜਾਏਗੀ ਗੁੱਡਵਿਲ ਦੇ ਰੂਪ ਵਿੱਚ, ਜਿਹੜੀ ਕੈਸ਼ ਆਈ ਸੀਗੀ ਤਾਂ ਟੂ ਕੈਸ਼ ਕਰ ਦਾਂਗੇ। ਓਕੇ, ਹੁਣ ਇਨ ਕੇਸ ਅਗਰ ਨਵਾਂ ਪਾਰਟਨਰ ਗੁੱਡਵਿਲ ਨਹੀਂ ਲੈ ਕੇ ਆਇਆ ਆਪਣੀ ਕੈਸ਼ ਦੀ ਫਾਰਮ ਵਿੱਚ, ਤਾਂ ਉਹਦੇ ਕਰੰਟ ਅਕਾਊਂਟ ਦੇ ਵਿੱਚੋਂ ਆਪਾਂ ਕਰੰਟ ਅਕਾਊਂਟ ਨੂੰ ਡੈਬਿਟ ਕਰਕੇ ਨਿਕਾਲਾਂਗੇ। ਨਿਊ ਪਾਰਟਨਰ ਦਾ ਕਰੰਟ ਅਕਾਊਂਟ ਡੈਬਿਟ ਟੂ ਓਲਡ ਪਾਰਟਨਰ ਜਿੰਨੇ ਵੀ ਨੇ ABC, ਉਹਨਾਂ ਸਾਰਿਆਂ ਨੂੰ ਸੈਕਰੀਫਾਈਸਿੰਗ ਰੇਸ਼ੋ ਦੇ ਨਾਲ ਕ੍ਰੈਡਿਟ ਕਰਕੇ ਨਵੇਂ ਪਰਸਨ ਦੇ ਵਿੱਚੋਂ ਡੈਬਿਟ ਕਰ ਦਾਂਗੇ ਦੀ ਕਰੰਟ ਅਕਾਊਂਟ 'ਚੋਂ। ਓਕੇ, ਅਗਰ ਕੋਈ ਓਲਡ ਗੁੱਡਵਿਲ ਆਲਰੇਡੀ ਆਪਾਂ ਨੂੰ ਬਿਜ਼ਨਸ ਬੈਲੈਂਸ ਸ਼ੀਟ ਦੇ ਵਿੱਚ ਗਿਵਨ ਹੈ ਕੁਐਸਚਨ ਦੇ ਵਿੱਚ, ਤਾਂ ਉਹਨੂੰ ਆਪਾਂ ਓਲਡ ਪਾਰਟਨਰ ਨੂੰ ਓਲਡ ਰੇਸ਼ੋ ਦੇ ਵਿੱਚ ਡਿਸਟਰੀਬਿਊਟ ਕਰ ਦਾਂਗੇ। ਉਸ ਤੋਂ ਬਾਅਦ ਆਪਣਾ ਨੈਕਸਟ ਟੌਪਿਕ ਜਿਹੜਾ ਇਸ ਚੈਪਟਰ ਦਾ ਆ ਜਾਂਦਾ ਹੈ, ਜਿਹਦੇ ਵਿੱਚੋਂ ਆਪਾਂ ਨੂੰ ਲੌਂਗ ਕੁਐਸਚਨ ਵੀ ਕਵਰ ਹੁੰਦਾ ਹੈ, ਉਹ ਹੈ ਆਪਣਾ ਰੀਵੈਲੂਏਸ਼ਨ ਆਫ ਐਸੈਟਸ ਐਂਡ ਲਾਇਬਿਲਿਟੀ। ਰੀਵੈਲੂਏਸ਼ਨ ਹੁੰਦਾ ਹੈ ਐਸੈਟਸ ਤੇ ਵੈਲਿਊ ਦੀ ਨਵੀਂ ਵੈਲਿਊ ਕੱਢਣੀ, ਕਿਉਂਕਿ ਜਦੋਂ ਬਿਜ਼ਨਸ ਸ਼ੁਰੂ ਕੀਤਾ, ਨਵਾਂ ਪਾਰਟਨਰ ਐਂਟਰ ਕੀਤਾ, ਤਾਂ ਬਿਜ਼ਨਸ ਸ਼ੁਰੂ ਹੋਏ ਨੂੰ ਕਈ ਟਾਈਮ ਹੋ ਚੁੱਕਿਆ ਹੁੰਦਾ ਹੈ। ਠੀਕ ਹੈ, ਉਸ ਟਾਈਮ ਪੀਰੀਅਡ ਦੇ ਨਾਲ ਨਾਲ ਇਹ ਹੋ ਸਕਦਾ ਹੈ ਕਿ ਐਸੈਟ ਦੀ ਵੈਲਿਊ ਇਨਕਰੀਜ਼ ਹੋ ਜੇ ਜਾਂ ਡਿਕਰੀਜ਼ ਹੋ ਜੇ, ਲਾਇਬਿਲਟੀਆਂ ਵੱਧ ਜਾਣ ਘੱਟ ਜਾਣ। ਠੀਕ ਹੈ, ਤਾਂ ਉਹਨਾਂ ਦੀ ਨਵੀਂ ਵੈਲਿਊ ਕੱਢੀ ਜਾਂਦੀ ਹੈ ਜਦੋਂ ਇੱਕ ਨਵਾਂ ਪਰਸਨ ਐਂਟਰ ਕੀਤਾ ਜਾਂਦਾ ਹੁੰਦਾ। ਠੀਕ ਹੈ, ਇਹ ਰੀਵੈਲੂਏਸ਼ਨ ਕਦੋਂ ਕਦੋਂ ਕੀਤਾ ਜਾਂਦਾ ਹੈ ਐਸੈਟਸ ਤੇ ਲਾਇਬਿਲਟੀ ਦਾ? ਇਹ ਰੀਕਨਸਟੀਟਿਊਸ਼ਨ ਦੇ ਟਾਈਮ 'ਤੇ, ਯਾਨੀ ਕਿ ਜਦੋਂ ਪਾਰਟਨਰ ਆਪਣੀ ਰੇਸ਼ੋ ਦੇ ਵਿੱਚ ਚੇਂਜ ਕਰਦੇ ਹੁੰਦੇ ਆ, ਉਸ ਟਾਈਮ ਰੀਵੈਲੂਏਸ਼ਨ ਕੀਤਾ ਜਾਂਦਾ ਐਸੈਟ ਲਾਇਬਿਲਟੀ ਦਾ। ਨਵੇਂ ਪਾਰਟਨਰ ਦੀ ਐਂਟਰੀ 'ਤੇ ਕੀਤਾ ਜਾ ਸਕਦਾ ਹੈ, ਪੁਰਾਣੇ ਪਾਰਟਨਰ ਦੇ ਰਿਟਾਇਰ ਹੋਣ 'ਤੇ, ਜਾਂ ਕਿਸੇ ਪਰਸਨ ਦੀ ਪਾਰਟਨਰ ਦੀ ਡੈਥ ਹੋਣ 'ਤੇ ਵੀ ਆਪਾਂ ਰੀਵੈਲੂਏਸ਼ਨ ਐਸੈਟ ਐਂਡ ਲਾਇਬਿਲਟੀ ਦਾ ਬਿਜ਼ਨਸ ਦੇ ਵਿੱਚ ਕਰਦੇ ਹਾਂ। ਠੀਕ ਹੈ, ਰੀਵੈਲੂਏਸ਼ਨ ਦਾ ਮਤਲਬ ਹੁੰਦਾ ਪੁਨਰ ਮੁਲਾਂਕਣ, ਦੁਬਾਰਾ ਤੋਂ ਵੈਲਿਊ ਕੱਢਣੀ ਐਸੈਟਸ ਤੇ ਲਾਇਬਿਲਟੀਜ਼ ਦੀ। ਹੁਣ ਜਿਹੜਾ ਰੀਵੈਲੂਏਸ਼ਨ ਅਕਾਊਂਟ ਹੈ ਇਹ ਆਪਣਾ ਨੋਮੀਨਲ ਅਕਾਊਂਟ ਹੈ, ਔਰ ਹਰ ਇੱਕ ਨੋਮੀਨਲ ਅਕਾਊਂਟ ਦੀ ਤਰ੍ਹਾਂ ਇਹਦੇ ਵੀ ਡੈਬਿਟ ਸਾਈਡ ਦੇ ਵਿੱਚ ਡੈਬਿਟ ਆਲ ਦਾ ਐਕਸਪੈਂਸਿਸ ਐਂਡ ਲਾਸਿਸ, ਇਹਦੇ ਡੈਬਿਟ ਸਾਈਡ 'ਤੇ ਸਾਰੇ ਐਕਸਪੈਂਸ ਲਾਸ ਆਉਣਗੇ, ਔਰ ਕ੍ਰੈਡਿਟ ਸਾਈਡ 'ਤੇ ਸਾਰੀਆਂ ਇਨਕਮ ਤੇ ਗੇਨ ਆਉਣਗੇ। ਠੀਕ ਹੈ, ਆਉਣੀਆਂ ਕੀ ਚੀਜ਼ਾਂ ਨੇ? ਐਸੈਟਸ ਤੇ ਲਾਇਬਿਲਟੀਜ਼ ਬਾਰੇ ਆਏਗਾ। ਹੁਣ ਨਵੀਂ ਵੈਲਿਊ ਕੱਢਣ 'ਤੇ ਜਾਂ ਤਾਂ ਐਸੈਟ ਦੀ ਵੈਲਿਊ ਘਟੂਗੀ ਜਾਂ ਵਧੂਗੀ, ਸੇਮ ਉਵੇਂ ਹੀ ਲਾਇਬਿਲਟੀ ਦੀ ਜਾਂ ਵਧੂਗੀ ਜਾਂ ਘਟੂਗੀ। ਓਕੇ, ਅਗਰ ਐਸੈਟ ਦੀ ਵੈਲਿਊ ਵਧਦੀ ਹੈ, ਠੀਕ ਹੈ, ਤਾਂ ਬਿਜ਼ਨਸ ਦੇ ਲਈ ਇਹ ਇੱਕ ਬੈਨੀਫਿਟ ਹੈ, ਤਾਂ ਜਿਹੜਾ ਗੇਨ ਹੈ ਗੇਨ ਨੂੰ ਆਪਾਂ ਕ੍ਰੈਡਿਟ ਸਾਈਡ 'ਤੇ ਲਿਖਾਂਗੇ ਰੀਵੈਲੂਏਸ਼ਨ ਦੀ। ਅਗਰ ਐਸੈਟ ਦੀ ਵੈਲਿਊ ਡਿਕਰੀਜ਼ ਹੁੰਦੀ ਹੈ ਤਾਂ ਨੁਕਸਾਨ ਹੈ ਬਿਜ਼ਨਸ ਦੇ ਲਈ, ਉਹਨੂੰ ਆਪਾਂ ਡੈਬਿਟ ਸਾਈਡ 'ਤੇ ਲਿਖਾਂਗੇ। ਲਾਈਕਵਾਈਜ਼ ਲਾਇਬਿਲਟੀ ਦੀ ਵੈਲਿਊ ਅਗਰ ਇਨਕਰੀਜ਼ ਹੁੰਦੀ ਹੈ ਤਾਂ ਨੁਕਸਾਨ ਹੈ ਡੈਬਿਟ ਸਾਈਡ 'ਤੇ, ਔਰ ਅਗਰ ਲਾਇਬਿਲਟੀ ਦੀ ਵੈਲਿਊ ਡਿਕਰੀਜ਼ ਹੁੰਦੀ ਹੈ ਤਾਂ ਫਾਇਦੇ ਦੀ ਗੱਲ ਹੈ, ਉਹਨੂੰ ਆਪਾਂ ਕ੍ਰੈਡਿਟ ਸਾਈਡ 'ਤੇ ਲਿਖਾਂਗੇ। ਇਸੇ ਤਰੀਕੇ ਨਾਲ ਅਗਰ ਬਿਜ਼ਨਸ ਦੇ ਵਿੱਚ ਰੀਵੈਲੂਏਸ਼ਨ ਕਰਦੇ ਟਾਈਮ ਕੋਈ ਅਨਰਿਕਾਰਡਡ ਐਸੈਟ ਮਿਲ ਗਈ ਹੈ, ਜਿਵੇਂ ਕੋਈ ਪੁਰਾਣੀ ਐਸੈਟ ਪਈ ਸੀ, ਹੁਣ ਉਹਦੀ ਆਪਾਂ ਵੈਲਿਊ ਬੁੱਕਸ ਦੇ ਵਿੱਚ ਨਹੀਂ ਲਗਾਈ ਹੋਈ ਸੀ, ਉਹ ਵਾਲੀ ਨੂੰ ਲਗਾਉਣੀ ਹੈ, ਤਾਂ ਆਪਣੀ ਐਸੈਟ ਮਿਲੀ ਹੈ ਤਾਂ ਫਾਇਦੇ ਦੀ ਗੱਲ ਹੈ, ਉਹਨੂੰ ਆਪਾਂ ਕ੍ਰੈਡਿਟ ਸਾਈਡ 'ਤੇ ਲਵਾਂਗੇ ਰੀਵੈਲੂਏਸ਼ਨ ਦੀ। ਔਰ ਅਗਰ ਕੋਈ ਲਾਇਬਿਲਟੀ ਨਿਕਲ ਕੇ ਸਾਹਮਣੇ ਆ ਗਈ, ਕਿਸੇ ਦੀ ਪੇਮੈਂਟ ਕਰਨੀ ਹੈਗੀ ਸੀ, ਆਪਾਂ ਬੁੱਕਸ ਵਿੱਚ ਨਹੀਂ ਲਿਖੀ ਹੋਈ, ਤਾਂ ਉਹਨੂੰ ਆਪਾਂ ਨੁਕਸਾਨ ਮੰਨ ਕੇ ਡੈਬਿਟ ਸਾਈਡ 'ਤੇ ਲਿਖਾਂਗੇ ਰੀਵੈਲੂਏਸ਼ਨ ਦੀ। ਠੀਕ ਹੈ, ਰੀਵੈਲੂਏਸ਼ਨ ਹੁਣ ਨੋਮੀਨਲ ਅਕਾਊਂਟ ਹੈ, ਇਹਦੀ ਕ੍ਰੈਡਿਟ ਸਾਈਡ ਇਨਕਮ ਵਾਲੀ ਸਾਈਡ ਹੈ, ਯਾਨੀ ਗੇਨ ਵਾਲੀ ਸਾਈਡ ਹੈ, ਔਰ ਡੈਬਿਟ ਸਾਈਡ ਆਪਣੀ ਲॉसेस ਵਾਲੀ ਸਾਈਡ ਹੈ। ਅਗਰ ਆਪਣੇ ਗੇਨਸ ਜ਼ਿਆਦਾ ਨੇ ਔਰ ਲॉसेस ਘੱਟ ਨੇ ਤਾਂ ਆਪਾਂ ਨੂੰ ਪ੍ਰੋਫਿਟ ਹੋਏਗਾ। ਇਹ ਓਲਡ ਪਾਰਟਨਰ ਓਲਡ ਰੇਸ਼ੋ ਦੇ ਵਿੱਚ ਡਿਸਟਰੀਬਿਊਟ ਕਰ ਲੈਣਗੇ, ਔਰ ਅਗਰ ਐਕਸਪੈਂਸ ਜ਼ਿਆਦਾ ਹੋਣਗੇ ਗੇਨ ਘੱਟ ਨੇ ਤਾਂ ਲਾਸ ਆ ਜਾਏਗਾ ਰੀਵੈਲੂਏਸ਼ਨ ਦਾ, ਇਹਨੂੰ ਵੀ ਓਲਡ ਪਾਰਟਨਰ ਓਲਡ ਰੇਸ਼ੋ ਦੇ ਵਿੱਚ ਡਿਸਟਰੀਬਿਊਟ ਕਰ ਲੈਣਗੇ। ਠੀਕ ਹੈ, ਇਸੇ ਤਰੀਕੇ ਨਾਲ ਆਪਾਂ ਰੀਵੈਲੂਏਸ਼ਨ ਤੋਂ ਬਾਅਦ ਇਸ ਚੈਪਟਰ ਦੇ ਵਿੱਚ ਆਪਾਂ ਕੁਐਸਚਨ ਦਾ ਲੌਂਗ ਕੁਐਸਚਨ ਦਾ ਕੈਪੀਟਲ ਅਕਾਊਂਟ ਬਣਾਵਾਂਗੇ, ਜਿਹਦੇ ਵਿੱਚ ਆਪਾਂ ਨਵੇਂ ਪਾਰਟਨਰ ਦੀ ਲਿਆਈ ਹੋਈ ਗੁੱਡਵਿਲ ਨੂੰ ਡਿਸਟਰੀਬਿਊਟ ਕਰਿਆ ਜਾਏਗਾ ਓਲਡ ਪਾਰਟਨਰ ਨੂੰ ਸੈਕਰੀਫਾਈਸਿੰਗ ਰੇਸ਼ੋ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਆਪਾਂ ਬੈਲੈਂਸ ਸ਼ੀਟ ਵੀ ਬਣਾਵਾਂਗੇ, ਜਿਹਦੇ ਵਿੱਚ ਨਵੀਂ ਵੈਲਿਊ ਲਿਖੀ ਜਾਏਗੀ ਐਸੈਟ ਐਂਡ ਰੀਵੈਲੂਏਸ਼ਨ ਦੀ ਰੀਵੈਲੂਏਟ ਕਰਕੇ। ਓਕੇ, ਇਸ ਚੈਪਟਰ ਦੇ ਵਿੱਚ ਇਸ ਤਰੀਕੇ ਨਾਲ ਆਪਣੇ ਹੋਰ ਨੂਮੈਰੀਕਲ ਕੁਐਸਚਨ ਆਉਣਗੇ ਜਿਹੜੇ ਤੁਸੀਂ ਸੋਲਵ ਕਰਨੇ ਨੇ। ਥੈਂਕ ਯੂ ਸੋ ਮਚ।